तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ। चिंता लाहे हमारी, अवर ना सूझै दूजी ठाहर। हार परयो तो दुआरी, लेखा छोड़ अलेख छूटै। हम निर्गुण लेहो उभारी, साध बख्शिंद सदा मेहरबाना। सबना दे आधारी, नानक दास संत पाछै परयो। राख लिहो एह बारी, श्री हर कृष्ण ध्याइयै। जिस डिठै सब दुख जाए, तेग बहादुर सिमरियै कर नाम नित आवे ताए। तेग बहादुर सिमरियै कर नाम नित आवे ताए। सब थाई होए सहाय। परम सन्मानयोग जुगो जुग अटल तख्त चौर छत्र दे मालक सतगुरु श्री गुरु ग्रंथ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਧਰਮ ਰੱਖਿਅਕ ਸਤਿਗੁਰ ਮਹਾਰਾਜ ਜੀ ਦੇ ਪਾਵਨ ਪਵਿੱਤਰ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਆਪ ਸੰਗਤ ਸਤਿਗੁਰ ਮਹਾਰਾਜ ਜੀ ਦਾ ਪਾਵਨ ਜੀਵਨ ਸਰਵਣ ਕਰ ਰਹੇ ਹੋ। ਪਿਛਲੇ ਦੀਵਾਨ ਦੇ ਵਿੱਚ ਆਪਾਂ ਸਰਵਣ ਕੀਤਾ ਕਿ ਸਤਿਗੁਰ ਮਹਾਰਾਜ ਸੱਸਾ ਰਾਮ ਜਾਂਦੇ ਨੇ ਅਤੇ ਸਾਸਾ ਰਾਮ ਦੇ ਵਿੱਚ ਚਾਚਾ ਫੱਗੂ ਜਿਹੜਾ ਸੀ ਅਨਿੰਨ ਸਿੱਖ ਸੀ ਸਤਿਗੁਰ ਮਹਾਰਾਜ ਜੀ ਦੇ ਘਰ ਦਾ। ਉਹਦੀ ਭਾਵਨਾ ਕਿ ਮਹਾਰਾਜ ਮੇਰੇ ਘਰ ਦੇ ਵਿੱਚ ਆਉਣ ਅਤੇ ਘਰ ਦੇ ਦਰਵਾਜ਼ੇ ਵੱਡੇ ਰੱਖ ਕੇ ਅਤੇ ਸਤਿਗੁਰ ਮਹਾਰਾਜ ਜੀ ਦੀ ਦੀਦ ਅਤੇ ਮਨ ਦੇ ਵਿੱਚ ਪ੍ਰੇਮ ਲੈ ਕਰਕੇ ਸਤਿਗੁਰ ਮਹਾਰਾਜ ਜੀ ਦੇ ਯਾਦ ਨੂੰ ਮਨ ਵਿੱਚ ਜੋੜ ਕਰਕੇ ਅਤੇ ਉਹ ਟਿਕ ਕਰਕੇ ਬੈਠਾ ਅਤੇ ਸਤਿਗੁਰ ਮਹਾਰਾਜ ਜੀ ਨੇ ਉਹਦੀ ਭਾਵਨਾ ਨੂੰ ਫਲ ਲਾਉਣਾ ਕੀਤਾ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਫਿਰ ਸਾਸਾ ਰਾਮ ਤੋਂ ਮਹਾਰਾਜ ਜੀ ਗਿਆ ਜਾਂਦੇ ਨੇ। ਗਿਆ ਸਤਿਗੁਰ ਮਹਾਰਾਜ ਜਦੋਂ ਗਏ ਅਤੇ ਇੱਥੇ ਬ੍ਰਾਹਮਣੀ ਘਾਟ ਹੈ, ਉਦਾਸੀਆਂ ਦਾ ਇੱਥੇ ਟਿਕਾਣਾ ਸੀ। ਬ੍ਰਾਹਮਣੀ ਘਾਟ ਦੇ ਉੱਪਰ ਸਤਿਗੁਰ ਮਹਾਰਾਜ ਜੀ ਨੇ ਜਾ ਕੇ ਆਪ ਵੀ ਟਿਕਾਣਾ ਕਰਨਾ ਕੀਤਾ। ਗਿਆ ਹਿੰਦੂ ਧਰਮ ਦੇ ਅੰਦਰ ਬਹੁਤ ਵੱਡਾ ਇੱਕ ਤੀਰਥ ਹੈ, ਬਹੁਤ ਵੱਡਾ, ਉਹ ਆਪਣੇ ਆਪ ਦੇ ਵਿੱਚ ਇੱਕ ਨਾਮ ਰੱਖਦਾ ਹੈ ਅਤੇ ਲੋਕ ਉਸ ਅਸਥਾਨ ਦੇ ਉੱਤੇ ਜਾ ਕਰਕੇ
ਤੇ ਉਹਨਾਂ ਦੇ ਮਨ ਦੇ ਵਿੱਚ ਹੁੰਦੀ ਹੈ ਕਿ ਸਾਡੇ ਜਿਹੜੇ ਗੁਜ਼ਰ ਚੁੱਕੇ ਨੇ, ਸਾਡੇ ਵੱਡੇ ਵਡੇਰੇ ਨੇ ਜਾਂ ਸਾਡੇ ਪਿੱਤਰ ਨੇ ਜਿਹੜੇ, ਉਹਨਾਂ ਦਾ ਉਧਾਰ ਕਰਾਉਣ ਵਾਸਤੇ ਫਿਰ ਉੱਥੇ ਪਿੰਡ ਭਰਨ ਦੀ ਰਸਮ ਕਰਨ ਵਾਸਤੇ ਹਿੰਦੂ ਵੀਰ ਜਿਹੜੇ ਨੇ ਉੱਥੇ ਜਾਂਦੇ ਸੀ। ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗਏ, ਇੱਕ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਪਦੇਸ਼ ਜਿਹੜਾ ਸੀ ਕਿ ਜਿਹੜਾ ਸੱਚ ਨਾਮ ਦਾ ਜਨੇਊ ਹੈ, ਜਿੰਦੇ ਕਰਕੇ ਜੀਵ ਜਿਹੜਾ ਹੈ ਉਹ ਪਰਮਾਤਮਾ ਦੀ ਦਰਗਾਹ ਵਿੱਚ ਸੁਰਖਰੂ ਹੋਵੇ, ਜਿਹਨੂੰ ਮਹਾਰਾਜ ਨੇ ਕਿਹਾ ਸੀ ਕਿ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ, ਨਾ ਇਹ ਟੁੱਟੈ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਧਨ ਸੁਮਾਨ ਸਨਾਨ ਕਾ ਜੋ ਗਲ ਚੱਲੇ ਪਾਏ। ਮਹਾਰਾਜ ਨੇ ਕਿਹਾ ਸੀ ਕਿ ਉਹ ਮਾਨਸ ਧਨ ਨੇ ਜਿਨ੍ਹਾਂ ਨੇ ਐਸਾ ਸਤ ਸੰਤੋਖ ਦਇਆ ਧਰਮ ਦਾ ਜਨੇਊ ਪਾਇਆ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਥੇ ਉਪਦੇਸ਼ ਦੇਣਾ ਕੀਤਾ ਤੇ ਗੁਰੂ ਨਾਨਕ ਦੇਵ ਜੀ ਦੇ ਬਚਨ ਕਿ ਦੀਵਾ ਮੇਰਾ ਏਕੋ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਨ ਸੋਖਿਆ, ਚੂਕਾ ਜਮ ਸਿਓ ਮੇਲ। ਮਹਾਰਾਜ ਜਦੋਂ ਗਏ ਉਹ ਚਰਚਾ ਦੇ ਵਾਸਤੇ ਆਏ, ਸਤਿਗੁਰੂ ਮਹਾਰਾਜ ਜੀ ਨੂੰ ਉਹਨਾਂ ਇਹ ਵੀ ਕਿਹਾ ਹੈ ਕਿ ਮਹਾਰਾਜ ਆਪ ਆਏ ਹੋ ਇੱਥੇ ਤੇ ਆਪ ਕਿਰਪਾ ਕਰੋ, ਤੁਹਾਡੇ ਪਿੱਤਰ ਨੇ, ਤੁਹਾਡੇ ਵੀ ਪੂਰਵਜ ਨੇ, ਉਹਨਾਂ ਦੇ ਵਾਸਤੇ ਆਪ ਕੁਝ ਦਾਨ ਪੁੰਨ ਕਰਨਾ ਕਰੋ। ਗੁਰੂ ਤੇਗ ਬਹਾਦਰ ਮਹਾਰਾਜ ਦੇਖੋ ਕਿੰਨਾ ਦ੍ਰਿੜ ਨਿਸ਼ਚਾ ਹੈ, ਤੇ ਸਤਿਗੁਰੂ ਮਹਾਰਾਜ ਨੇ ਉਹ ਦ੍ਰਿੜਤਾ ਜਿਹੜੀ ਸੀ, ਉਹ ਪੱਕੇ ਇਰਾਦੇ ਜਿਹੜੇ ਸੀ ਮਹਾਰਾਜ ਨੇ ਸਿੱਖਾਂ ਦੇ ਵਿੱਚ ਪਾਏ ਨੇ ਕਿ ਸਿੱਖ ਕਿਸੇ ਭਰਮ ਦੇ ਵਿੱਚ ਨਾ ਜਿਉਂਦੇ ਰਹਿਣ। ਮਹਾਰਾਜ ਨੇ ਕਹਿਣ ਲੱਗੇ ਕਿ ਦੇਖੋ ਪਾਂਡਿਆਂ ਨੂੰ ਸੰਬੋਧਨ ਕਰਕੇ ਕਿ ਮਹਾਰਾਜ ਕਹਿੰਦੇ ਨੇ ਇੱਕ ਤਾਂ ਜਿਹੜੇ ਸਾਡੇ ਪਿੱਤਰ ਹੈ ਨਾ, ਸਾਡੇ ਦਾਦੇ ਪੜਦਾਦੇ, ਸਾਡੇ ਪੂਰਵਜ ਜਿਹੜੇ ਨੇ, ਉਹ ਕਿਸੇ ਹੋਰ ਪਿੱਤਰ ਲੋਕ ਦੇ ਵਿੱਚ ਨਹੀਂ ਜਾਂਦੇ। ਸਾਨੂੰ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਹੈ, ਸਾਡੇ ਤਾਂ ਜਿਹੜੇ ਵੱਡੇ ਨੇ ਉਹ ਤੇ ਸੱਚਖੰਡ ਦੇ ਵਿੱਚ ਜਾ ਕੇ ਬਿਰਾਜਦੇ ਨੇ, ਤੇ ਜਿਹੜੇ ਸੱਚਖੰਡ ਦੇ ਵਿੱਚ ਬਿਰਾਜੇ ਹੋਏ ਨੇ ਫਿਰ ਅਸੀਂ ਉਹਨਾਂ ਨੂੰ ਪ੍ਰੇਤ ਪ੍ਰੇਤ ਕਰਕੇ ਕਿਉਂ ਪੁਕਾਰਨਾ ਸ਼ੁਰੂ ਕਰੀਏ? ਅਸੀਂ ਉਹਨਾਂ ਨੂੰ ਪ੍ਰੇਤ ਪ੍ਰੇਤ ਕਰਕੇ ਪੁਕਾਰਾਂਗੇ, ਇਹ ਤਾਂ ਠੀਕ ਨਹੀਂ ਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਫਿਰ ਮਹਾਰਾਜ ਨੂੰ ਉਹਨਾਂ ਨੇ ਕਹਿਣ ਲੱਗੇ ਨਹੀਂ ਦੇਖੋ ਇਹ ਤਾਂ ਦਾਨ ਜਿਹੜਾ ਹੈ ਉਹ ਕੋਈ ਦਿੰਦਾ ਹੈ, ਤੇ ਇੱਥੇ ਆ ਕੇ ਦਾਨ ਦਿੱਤਿਆਂ ਉਹਦੇ ਕਰਮ ਜਿਹੜੇ ਨੇ, ਉਹਦੇ ਪਾਪ ਜਿਹੜੇ ਨੇ ਉਹ ਨਾਸ਼ ਹੁੰਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਇਹ ਤੁਹਾਡੇ ਧਰਮ ਦੀ ਰੀਤ ਹੈ ਕਿ ਇੱਥੇ ਜਿਹੜੀ ਨਦੀ ਹੈ, ਗਇਆ ਦੇ ਵਿੱਚ ਨਦੀ ਚੱਲਦੀ ਹੈ, ਉਹਨੂੰ ਕਹਿੰਦੇ ਨੇ ਫਲਗੂ ਨਦੀ। ਫਲਗੂ ਨਦੀ ਮਹਾਰਾਜ ਕਹਿੰਦੇ ਨੇ ਤੁਹਾਡਾ ਧਰਮ ਇਹ ਗੱਲ ਆਖਦਾ ਹੈ ਕਿ ਜਿਹੜਾ ਫਲਗੂ ਨਦੀ ਦੇ ਵਿੱਚ ਪੈਰ ਵੀ ਰੱਖ ਦਿੰਦਾ ਹੈ, ਉਹਦੇ ਪਿੱਤਰ ਜਿਹੜੇ ਨੇ ਪਿੱਤਰ ਲੋਕ ਦੇ ਵਿੱਚੋਂ ਤਰ ਜਾਂਦੇ ਆ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਜੇ ਪਿੱਤਰ ਤਰ ਜਾਂਦੇ ਨੇ, ਪੈਰ ਰੱਖਿਆ ਹੀ ਉਸ ਨਦੀ ਦੇ ਵਿੱਚ ਪਿੱਤਰਾਂ ਦਾ ਉਧਾਰ ਹੋ ਜਾਂਦਾ ਹੈ, ਫਿਰ ਤੁਹਾਨੂੰ ਦਾਨ ਦੇਣ ਦੀ ਕੀ ਜ਼ਰੂਰਤ ਹੈ? ਸਤਿਗੁਰੂ ਮਹਾਰਾਜ ਨੂੰ ਫਿਰ ਹੱਥ ਜੋੜ ਕੇ ਉਹਨਾਂ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਜੇਕਰ ਅਸੀਂ ਕਿਸੇ ਤੋਂ ਦਾਨ ਨਹੀਂ ਲਵਾਂਗੇ, ਜੇਕਰ ਕਿਸੇ ਕੋਲ ਧਨ ਨਹੀਂ ਲਵਾਂਗੇ, ਤੇ ਸਤਿਗੁਰੂ ਮਹਾਰਾਜ ਸਾਡਾ ਰੁਜ਼ਗਾਰ, ਸਾਡਾ ਕਾਰੋਬਾਰ, ਸਾਡਾ ਪਰਿਵਾਰ ਉਹ ਗੁਜ਼ਾਰਾ ਕਿਵੇਂ ਚੱਲੇਗਾ? ਮਹਾਰਾਜ ਨੇ ਫਿਰ ਕਿਹਾ ਉੱਥੇ, ਕਹਿਣ ਲੱਗੇ ਇਹ ਸਭ ਮਾਇਆ ਕੇ ਅਧਿਕਾਰੀ। ਇਹ ਤਾਂ ਸਿਰਫ ਮਾਇਆ ਦੇ ਕਰਕੇ ਧਰਮ ਦੇ ਨਾਂ 'ਤੇ ਵਿਖਾਵਾ ਕਰਦੇ ਪਏ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਮਾਇਆ ਦਾ ਵਿਖਾਵਾ ਹੈ, ਕੇਵਲ ਮਾਇਆ ਦੇ ਕਰਕੇ ਇਹ ਧਰਮੀ ਬਣੇ ਨੇ, ਅੰਦਰੋਂ ਧਰਮੀ ਨਹੀਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉੱਥੇ ਉਹਨਾਂ ਨੂੰ ਕਹਿਣ ਲੱਗੇ ਦੇਖੋ ਜਿਸ ਅਸਥਾਨ 'ਤੇ ਤੁਸੀਂ ਰਹਿੰਦੇ ਹੋ, ਲੋਕ ਇੱਥੇ ਆਉਂਦੇ ਨੇ ਪਿੱਤਰਾਂ ਦੀ ਪੂਜਾ ਕਰਾਉਣ ਵਾਸਤੇ, ਪਿੱਤਰਾਂ ਦੇ ਵਾਸਤੇ ਪਿੰਡ ਭਰਨ ਵਾਸਤੇ। ਪਿੰਡ ਤੋਂ ਭਾਵ ਹੁੰਦਾ ਸੀ ਕਿ ਚੌਲਾਂ ਦਾ ਆਟਾ ਜਿਹਾ ਬਣਾ ਕਰਕੇ ਤੇ ਉਹਦੀਆਂ ਪਿੰਨੀਆਂ ਬਣਾ ਲੈਣੀਆਂ, ਫਿਰ ਉਹ ਪੱਤਲਾਂ ਦੇ ਉੱਪਰ ਰੱਖ ਕਰਕੇ ਉਹ ਪਿੰਨੀਆਂ, ਉਹ ਪੇੜੇ ਰੱਖੀ ਜਾਣੇ ਤੇ ਪਿੱਤਰਾਂ ਦੇ ਨਾਂ ਲਈ ਜਾਣੇ। ਮਹਾਰਾਜ ਨੇ ਕਿਹਾ ਕਿ ਦੇਖੋ ਇੱਥੇ ਹਰ ਕੋਈ ਆਉਂਦਾ ਹੈ ਤੇ ਉਹ ਆਪਣੇ ਮਰੇ ਹੋਏ ਦੀ ਯਾਦ ਵਿੱਚ ਆ ਕੇ ਤੁਹਾਨੂੰ ਕੋਲ ਪਿੰਡ ਤੇ ਪੱਤਰ ਕਿਰਿਆ ਕਰਵਾਉਂਦਾ ਹੈ। ਮੌਤ ਦੀ ਗੱਲ ਜਿਹੜੀ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿੱਥੇ ਤੁਸੀਂ ਰਹਿੰਦੇ ਪਏ ਹੋ ਇੱਥੇ ਬਾਰ-ਬਾਰ ਮੌਤ ਦੀ ਗੱਲ ਹੁੰਦੀ ਪਈ ਹੈ, ਕਿਉਂਕਿ ਹਰ ਕੋਈ ਆਇਆ, ਜਿਹੜਾ ਵੀ ਆਇਆ ਪਿੱਤਰਾਂ ਦੀ ਯਾਦ ਵਿੱਚ ਆਇਆ ਹੋਵੇ, ਕੋਈ ਵੀ ਆਵੇ,
ਉਹ ਹਰ ਕੋਈ ਤਾਂ ਮੌਤ ਦੇ ਵਾਸਤੇ ਆਉਂਦੇ ਆ ਨਾ, ਕਿ ਮੇਰਾ ਫਲਾਨਾ ਮਰਿਆ ਮੈਂ ਉਹਦਾ ਉਧਾਰ ਕਰਾ ਲਵਾਂ, ਮੇਰੇ ਫਲਾਨੇ ਨੇ ਚੜ੍ਹਾਈ ਕੀਤੀ ਉਹਦਾ ਉਧਾਰ ਹੋ ਜਾਵੇ। ਮਹਾਰਾਜ ਕਹਿੰਦੇ ਨੇ ਇਹ ਪਿੱਤਰ ਪੂਜਾ ਵਾਸਤੇ ਜਿਹੜੇ ਆਉਂਦੇ ਨੇ, ਹਰ ਬੰਦਾ ਇੱਥੇ ਆ ਕੇ ਮੌਤ ਦੀ ਗੱਲ ਕਰਦਾ ਹੈ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਤੁਸੀਂ ਇਸ ਗੱਲ ਦਾ ਲਾਭ ਕਿਉਂ ਨਹੀਂ ਉਠਾਉਂਦੇ? ਇਹ ਤਾਂ ਤੁਹਾਡੇ ਕੋਲ ਅਵਸਰ ਹੈ, ਕਿਉਂਕਿ ਭਗਤ ਕਬੀਰ ਸਾਹਿਬ ਜਿਹੜੇ ਸਨ ਉਹ ਆਪਣੀ ਜੀਵਨ ਦੇ ਵਿੱਚ ਨਾ ਮੜੀਆਂ ਦੇ ਵਿੱਚ ਜਾ ਕੇ ਬੈਠਿਆ ਕਰਦੇ ਸੀ। ਬਹੁਤ ਚਿਰ ਉਹਨਾਂ ਨੇ ਮੜੀਆਂ ਦੇ ਵਿੱਚ ਜਾ ਕੇ ਬੈਠ ਜਾਣਾ। ਭਗਤ ਕਬੀਰ ਸਾਹਿਬ ਜੀ ਦੀ ਮਾਂ ਨੇ ਇੱਕ ਵਾਰੀ ਪੁੱਛਿਆ ਸੀ, ਕਹਿਣ ਲੱਗੇ ਪੁੱਤ ਤੂੰ ਕਿੰਨਾ ਕਿੰਨਾ ਚਿਰ ਘਰੋਂ ਬਾਹਰ ਚਲੇ ਜਾਣਾ ਹੈ, ਵਾਪਸ ਨਹੀਂ ਆਉਂਦਾ, ਕਿੱਥੇ ਜਾਣਾ ਹੈ? ਭਗਤ ਕਬੀਰ ਸਾਹਿਬ ਨੇ ਕਿਹਾ ਸੀ, ਮਾਂ ਮੈਂ ਵਪਾਰ ਕਰਨ ਵਾਸਤੇ ਜਾਣਾ, ਬੜਾ ਮਹਿੰਗੀਆਂ ਚੀਜ਼ਾਂ ਉੱਥੋਂ ਮਿਲਦੀਆਂ ਨੇ। ਮਾਂ ਆਖਦੀ ਹੈ ਕਿ ਤੂੰ ਘਰੇ ਤਾਂ ਕਦੀ ਕੁਝ ਲੈ ਕੇ ਨਹੀਂ ਆਇਆ। ਮਾਂ ਮੈਂ ਜੋ ਕੁਝ ਵਪਾਰ ਕਰਦਾ ਤੁਹਾਨੂੰ ਨਹੀਂ ਪਤਾ ਲੱਗਣਾ, ਇਹ ਗੁਪਤ ਧਨ ਹੈ, ਮੈਂ ਸਾਂਭ ਕੇ ਰੱਖਿਆ ਹੋਇਆ ਹੈ। ਇੱਕ ਦਿਨ ਮਾਂ ਜਿਹੜੀ ਸੀ ਉਹਨੇ ਪਿੱਛਾ ਕੀਤਾ ਭਗਤ ਕਬੀਰ ਸਾਹਿਬ ਜੀ ਦਾ। ਭਗਤ ਕਬੀਰ ਸਾਹਿਬ ਅੱਗੇ ਅੱਗੇ ਤੁਰੇ ਜਾਣ, ਮਾਂ ਪਿੱਛੇ ਪਿੱਛੇ ਗਈ। ਭਗਤ ਕਬੀਰ ਸਾਹਿਬ ਮੜੀਆਂ ਦੇ ਵਿੱਚ ਜਾ ਕੇ ਬੈਠ ਕੇ ਸਾਹਮਣੇ ਕਿਸੇ ਦੇ ਅਰਥੀ ਆਈ, ਉਹਨੂੰ ਚਿਖਾ ਦੇ ਉੱਤੇ ਰੱਖਿਆ ਗਿਆ। ਲੋਕ ਕਰਲਾਉਂਦੇ ਪਏ ਸੀ, ਲੋਕ ਤਾਹਾਂ ਮਾਰਦੇ ਪਏ ਸੀ। ਲੋਕ ਦੇਖਦੇ ਸੀ ਕਿ ਸਾਡਾ ਚਲਿਆ ਗਿਆ। ਘਰ ਵਾਲੀ ਮਾਂ ਪਰਿਵਾਰ ਉਹ ਤਾਹਾਂ ਮਾਰ ਮਾਰ ਕੇ ਰੋਂਦੇ ਪਏ ਨੇ, ਤੇ ਭਗਤ ਕਬੀਰ ਸਾਹਿਬ ਇਹ ਸਾਰਾ ਕੁਝ ਦੂਰ ਬੈਠਿਆਂ ਵੇਖਦੇ ਪਏ ਨੇ। ਤੇ ਮਾਂ ਨੇ ਕੋਲ ਜਾ ਕੇ ਭਗਤ ਕਬੀਰ ਸਾਹਿਬ ਜੀ ਦੀ ਮਾਤਾ ਜੀ ਨੇ ਜਾ ਕੇ ਪੁੱਛਿਆ ਸੀ ਕਿ ਪੁੱਤ ਤੂੰ ਤੇ ਆਖਦਾ ਸੀ ਵਪਾਰ ਕਰਨ ਵਾਸਤੇ ਜਾਣਾ, ਇਹ ਤਾਂ ਮੜੀਆਂ ਦੇ ਵਿੱਚ ਆ ਕੇ ਬੈਠਿਆ। ਕਹਿੰਦਾ ਮਾਂ ਸੱਚੀ ਮੁੱਚੀ ਇਸ ਤੋਂ ਵੱਡਾ ਵਪਾਰ ਹੋਰ ਕੋਈ ਨਹੀਂ ਹੋ ਸਕਦਾ। ਕਹਿੰਦੀ ਕਿਵੇਂ? ਕਹਿੰਦੇ ਆ ਦੇਖ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਜਿਹੜਾ ਪਰਿਵਾਰ ਹੈ, ਪਤਨੀ ਹੈ, ਪੁੱਤਰ ਨੇ, ਧੀਆਂ ਨੇ, ਮਾਂ ਹੈ, ਇਹ ਸਾਰੇ ਇੱਥੋਂ ਤੱਕ ਹੀ ਸਾਥ ਦੇ ਸਕਦੇ ਨੇ, ਇਸ ਤੋਂ ਅੱਗੇ ਕੋਈ ਸਾਥ ਨਹੀਂ ਦੇ ਸਕਦਾ, ਇਸ ਤੋਂ ਅੱਗੇ ਕਿਸੇ ਨੇ ਸਾਥ ਨਹੀਂ ਦੇਣਾ। ਭਗਤ ਕਬੀਰ ਸਾਹਿਬ ਜੀ ਦੇ ਬਚਨ ਵੀ ਨੇ ਕਿ ਜਬ ਲਗ ਤੇਲ ਦੀਏ ਮੁਖ ਬਾਤੀ, ਤਬ ਸੂਝੇ ਸਭ ਕੋਈ, ਸੂਕਾ ਤੇਲ ਬਾਤੀ ਠਹਿਰਾਨੀ, ਸੁਨਨਾ ਮੰਦਰ ਹੋਈ, ਰੇ ਬੌਰੇ ਤੁਹੇ ਕਰੀ ਨਾ ਰਾਖੇ ਕੋਈ। ਤੂੰ ਰਾਮ ਨਾਮ ਜਪ ਸੋਈ, ਦੇਹਰੀ ਬੈਠੀ ਮਿਹਰੀ ਰੋਵੇ, ਖਟੀਆ ਲੈ ਗਏ ਭਾਈ, ਲੱਟ ਛਿਟਕਾਏ ਤਰੀਆ ਰੋਵੇ, ਹੰਸ ਅਕੇਲਾ ਜਾਈ। ਭਗਤ ਕਬੀਰ ਸਾਹਿਬ ਕਹਿੰਦੇ ਨੇ ਮਾਂ ਬੂਹੇ ਤੱਕ ਆਈ, ਘਰ ਵਾਲੀ ਵਾਲ ਖਲੌਰ ਕੇ ਰੋਂਦੀ ਰਹੀ, ਭਰਾ ਅਰਥੀ ਨੂੰ ਚੁੱਕ ਕੇ ਲੈ ਗਏ, ਉਹ ਵੀ ਇੱਥੋਂ ਤੱਕ ਨਹੀਂ ਲਿਆ ਸਕੇ, ਇਸ ਤੋਂ ਅੱਗੇ ਤਾਂ ਇਕੱਲੇ ਜੀਵ ਨੂੰ ਹੀ ਜਾਣਾ ਪਿਆ। ਮਾਂ ਇਸ ਜਗ੍ਹਾ ਦੇ ਉੱਤੇ ਆ ਕੇ ਮੈਨੂੰ ਪਤਾ ਲੱਗਦਾ ਹੈ ਕਿ ਮੇਰਾ ਅਸਲ ਦੇ ਵਿੱਚ ਕੌਣ ਹੈ, ਕੇਵਲ ਰੱਬ ਹੀ ਸਹਾਈ ਹੋ ਸਕਦਾ ਹੈ, ਉਸ ਤੋਂ ਇਲਾਵਾ ਹੋਰ ਕੋਈ ਸਹਾਈ ਨਹੀਂ ਹੋ ਸਕਦਾ। ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਦਰਿਓ, ਗਨਕਾ ਹੁੰਗਤ ਪਾਈ। ਗੁਰੂ ਤੇਗ ਬਹਾਦਰ ਜੀ ਦੇ ਬਚਨ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਪੰਡਤਾਂ ਨੂੰ ਮਹਾਰਾਜ ਸੰਬੋਧਨ ਕਰਕੇ ਕਿਹਾ ਕਿ ਜਿੱਥੇ ਤੁਸੀਂ ਰਹਿੰਦੇ ਹੋ ਇੱਥੇ ਮਾਇਆ ਮੌਤ ਦੀ ਗੱਲ ਬਾਰ-ਬਾਰ ਹੁੰਦੀ, ਮਰਨ ਦੀ ਗੱਲ ਹੁੰਦੀ ਹੈ, ਤੁਸੀਂ ਇਹਦੇ ਤੋਂ ਲਾਭ ਕਿਉਂ ਨਹੀਂ ਉਠਾਉਂਦੇ? ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਤੁਸੀਂ ਇਹ ਕਿਉਂ ਨਹੀਂ ਦੇਖਦੇ ਕਿ ਜਿਹੜਾ ਦੂਸਰਾ ਮਰ ਗਿਆ ਹੈ, ਦੂਸਰੇ ਨੂੰ ਮਰੇ ਹੋਏ ਰੋਂਦੇ ਹੋਏ ਨੂੰ ਦੇਖ ਕੇ ਤੁਹਾਨੂੰ ਇਹ ਨਹੀਂ ਕਦੀ ਚੇਤਾ ਆਇਆ ਕਿ ਤੁਸੀਂ ਵੀ ਸੰਸਾਰ ਦੇ ਵਿੱਚੋਂ ਜਾਣਾ ਹੈ। ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ, ਜਿਸ ਆਸਨ ਹਮ ਬੈਠੇ ਕੀਤੇ ਬੈਸ ਗਿਆ। ਬਾਬਾ ਫਰੀਦ ਸਾਹਿਬ ਜੀ ਦੇ ਬਚਨ, ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਨਿਓ ਹੈ, ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਨਿਓ ਹੈ। ਕਿ ਤੇਰੇ ਕੋਲੋਂ ਮਾਤਾ ਪਿਤਾ ਚਲੇ ਗਏ, ਤੇਰੇ ਪਰਿਵਾਰ ਦੇ ਆਪਣੇ ਤੇਰੇ ਸਾਹਮਣੇ ਚਲੇ ਗਏ, ਤੂੰ ਪੱਕੀਆਂ ਮੋਹਰਾਂ ਲਾ ਕੇ ਇੱਥੇ ਬੈਠਾ ਹੈ ਕਿ ਮੈਂ ਸ਼ਾਇਦ ਸੰਸਾਰ ਤੋਂ ਜਾਣਾ ਕਦੀ ਨਹੀਂ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਸੱਚੀ ਗੱਲ ਹੈ ਕਿ ਤੂੰ ਰਹਿਣਾ ਸੰਸਾਰ ਦੇ ਵਿੱਚ ਨਹੀਂ। ਇੱਕ ਦਿਨ ਐਸਾ ਆਵੇਗਾ ਜਿੱਦਣ ਤੈਨੂੰ ਜਾਣਾ ਜ਼ਰੂਰ ਪਵੇਗਾ। ਇੱਕ ਵਿਦਵਾਨ ਦੇ ਬਚਨ ਨੇ ਕਿ ਕੋਈ ਸੁਬਹ ਜਾ ਰਹਾ, ਕੋਈ ਸ਼ਾਮ ਕੋ, दोपहर को भी किसी का चलान देखते हैं, ए हाले दिल तू भी कर तैयारी, गई बहार अब फिसा देखते हैं। ਜ਼ਿੰਦਗੀ ਦੀ ਬਹਾਰ ਇੱਕ ਦਿਨ ਚਲੇ ਜਾਣੀ ਹੈ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਇਸ ਕਰਕੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਮਹਾਰਾਜ ਜੀ ਨੇ ਉੱਥੇ ਫਿਰ ਸ਼ਬਦ ਉਚਾਰਨ ਕੀਤਾ। ਗਿਆ ਦੇ ਵਿੱਚ ਸਤਿਗੁਰੂ ਮਹਾਰਾਜ ਉਪਦੇਸ਼ ਦਿੱਤਾ। ਮਹਾਰਾਜ ਕਹਿੰਦੇ ਨੇ
ਕਿ ਜੇ ਕੁਝ ਚੇਤੇ ਵਿੱਚ ਕਰਨਾ ਹੀ ਆ ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਨਿਸ ਦਿਨ ਤੋਂ ਭਾਵ ਹੁੰਦਾ ਹੈ ਕਿ ਦਿਨ ਤੇ ਰਾਤ, ਨਿਸ ਰਾਤ ਤੇ ਦਿਨ। ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜੋ ਪਾਣੀ। ਛਿਨ ਛਿਨ ਦੇ ਅਰਥ ਨੇ ਕਿ ਇੱਕ ਇੱਕ ਪਲ ਕਰਕੇ, ਇੱਕ ਇੱਕ ਸੈਕਿੰਡ ਕਰਕੇ, ਜਾਂ ਇੱਦਾਂ ਕਹੋ ਕਿ ਇੱਕ ਇੱਕ ਸਵਾਸ ਕਰਕੇ ਜਿਹੜਾ ਸਾਡਾ ਜੀਵਨ ਘਟਦਾ ਜਾ ਰਿਹਾ। ਤੇ ਮਹਾਰਾਜ ਨੇ ਉਦਾਹਰਨ ਕੀ ਵਰਤੀ, ਫੂਟੈ ਘਟ ਜਿਉ ਪਾਣੀ। ਜਿਵੇਂ ਘੜਾ, ਜਿਸ ਘੜੇ ਦੇ ਵਿੱਚ ਤਰੇੜ ਆਈ ਹੋਵੇ, ਟੁੱਟਿਆ ਹੋਵੇ ਘੜਾ, ਉਹਨੂੰ ਪਾਣੀ ਦਾ ਭਰ ਕੇ ਰੱਖੋ ਤੇ ਉਹ ਸਿਮਦਾ ਹੋਇਆ ਪਾਣੀ ਉਹਦੀ ਤਰੇੜ ਦੇ ਵਿੱਚੋਂ ਨਿਕਲਦੀ ਹੋਈਆਂ ਇੱਕ ਇੱਕ ਬੂੰਦਾਂ ਧਰਤੀ ਤੇ ਡਿੱਗਦੀਆਂ ਜਾਂਦੀਆਂ ਨੇ, ਤੇ ਅੰਤ ਵੇਲੇ ਉਹ ਘੜਾ ਜਿਹੜਾ ਹੈ ਇੱਕ ਦਿਨ ਨੂੰ ਖਾਲੀ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ। ਕਿਉਂ ਤੂੰ ਰੱਬ ਦੇ ਗੁਣ ਨਹੀਂ ਗਾਉਂਦਾ, ਕਿਉਂ ਤੂੰ ਰੱਬ ਨੂੰ ਚੇਤੇ ਨਹੀਂ ਕਰਦਾ, ਕਿਉਂ ਤੂੰ ਉਹਦੀ ਭਗਤੀ ਨਹੀਂ ਕਰਦਾ, ਕਿਉਂ ਸੇਵਾ ਸਿਮਰਨ ਸੰਗਤ ਨਹੀਂ ਕਰਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮੂਰਖਾ, ਅਗਿਆਨ ਦੇ ਵਿੱਚ ਤੂੰ ਫਸਿਆ ਹੈ। ਅਗਿਆਨ 'ਚ ਫਸਿਆ ਤੇਰਾ ਜੀਵਨ ਜਿਹੜਾ ਵਿਅਰਥ ਤੁਰਿਆ ਜਾ ਰਿਹਾ, ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਨਾ। ਮਹਾਰਾਜ ਕਹਿੰਦੇ ਇਹ ਧਨ, ਇਹ ਮਾਇਆ, ਇਹ ਦੌਲਤ, ਇਹ ਪਰਿਵਾਰ, ਇਹ ਦੁਨੀਆ ਦੇ ਸੁੱਖ ਦੇ ਸਾਧਨ, ਇਹ ਸਭ ਲਾਲਚ ਆ। ਤੇ ਇਸ ਲਾਲਚ ਦੇ ਵਿੱਚ ਲੱਗਿਆ ਹੋਇਆਂ ਤੈਨੂੰ ਮੌਤ ਦਾ ਚੇਤਾ ਭੁੱਲ ਚੁੱਕਿਆ। ਨਹਿ ਮਰਨ ਪਛਾਨਾ, ਰੱਬ ਤੈਨੂੰ ਯਾਦ ਨਹੀਂ, ਮੌਤ ਤੈਨੂੰ ਯਾਦ ਨਹੀਂ, ਕਰਮ ਧਰਮ ਜਿਹੜੇ ਨੇ ਉਹ ਤੂੰ ਵੀ ਨਹੀਂ ਕਰਦਾ। ਝੂਠੇ ਲਾਲਚ ਲਾ ਕੇ ਨਹਿ ਮਰਨ ਪਛਾਨਾ, ਅਜਹੂ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ। ਫਿਰ ਮਹਾਰਾਜ ਨੇ ਇੱਕ ਆਸ ਬੰਨ੍ਹ ਦਿੱਤੀ ਸਾਡੇ ਵਾਸਤੇ। ਔਰ ਇਹ ਮਤ ਸੋਚੋ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਇਹ ਪਾਂਡਿਆਂ ਨੂੰ, ਪੰਡਤਾਂ ਨੂੰ ਗਿਆ ਦੇ ਵਿੱਚ ਉਪਦੇਸ਼ ਦਿੰਦੇ ਪਏ ਨੇ ਕਿ ਹਾਲਤ ਤੇ ਸਾਡੀ ਵੀ ਇਹੀ ਆ ਨਾ ਅਸਲ ਦੇ ਵਿੱਚ ਤਾਂ, ਕਿ ਅਸੀਂ ਰੱਬ ਨੂੰ ਭੁੱਲੇ ਬੈਠੇ ਹਾਂ, ਸਾਨੂੰ ਰੱਬ ਦਾ ਚੇਤਾ ਕੋਈ ਨਹੀਂ ਆਉਂਦਾ। ਸਾਡੀ ਉਮਰ ਵੀ ਤਾਂ ਦਿਨ ਪ੍ਰਤੀ ਦਿਨ ਸਵਾਸ ਸਵਾਸ ਕਰਕੇ ਘਟਦੀ ਪਈ। ਹਰ ਰੋਜ਼ ਅਸੀਂ ਚਿੰਤਾ ਜੇਕਰ ਕਰਦੇ ਹਾਂ, ਚੇਤਨ ਜੇਕਰ ਕਰਦੇ ਹਾਂ, ਸੋਚਦੇ ਹਾਂ, ਯਾਦ ਕਰਦੇ ਹਾਂ, ਉਹ ਤੇ ਕਾਰੋਬਾਰ ਹੈ, ਉਹ ਤੇ ਪਰਿਵਾਰ ਹੈ, ਉਹ ਤੇ ਘਰ ਵਾਲੀ, ਉਹ ਤੇ ਰਿਸ਼ਤੇਦਾਰ ਨੇ, ਉਹ ਤੇ ਸਾਡਾ ਆਪਣਾ ਧਨ ਪ੍ਰਾਪਰਟੀ ਪਦਾਰਥਾਂ ਨੂੰ ਹੀ ਤਾਂ ਅਸੀਂ ਯਾਦ ਕਰਦੇ ਹਾਂ ਨਾ। ਤੇ ਝੂਠੇ ਲਾਲਚ ਲਾ ਕੇ ਨਹਿ ਮਰਨ ਪਛਾਨਾ, ਸਾਨੂੰ ਵੀ ਤਾਂ ਰੱਬ ਭੁੱਲਿਆ ਬੈਠਾ ਹੈ ਨਾ। ਅਸੀਂ ਵੀ ਤਾਂ ਝੂਠ ਦੇ ਵਿੱਚ, ਲਾਲਚ ਦੇ ਵਿੱਚ ਬੈਠੇ ਹੋਏ ਹਾਂ। ਮਰਨ ਸਾਨੂੰ ਵੀ ਭੁੱਲ ਚੁੱਕਿਆ, ਪਰ ਮਹਾਰਾਜ ਸਾਨੂੰ ਜਗਾਉਂਦਿਆਂ ਹੋਇਆਂ, ਯਾਦ ਕਰਾਉਂਦਿਆਂ ਹੋਇਆਂ, ਸਮਝਾਉਂਦਿਆਂ ਹੋਇਆਂ, ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਅਜਹੂ ਕਛ ਬਿਗੜਿਓ ਨਹੀਂ। ਜਿਵੇਂ ਸਿਆਣਾ ਉਸਤਾਦ ਜਿਹੜਾ ਹੁੰਦਾ ਹੈ ਨਾ, ਉਹ ਭਾਵੇਂ ਸਾਰਾ ਸਾਲ, ਕਈ ਵਾਰੀ ਹੁੰਦਾ ਹੈ ਕਿ ਬੱਚਾ ਨਾ ਗਿਆ ਹੋਵੇ ਸਕੂਲ ਦੇ ਵਿੱਚ, ਤੇ ਥੋੜ੍ਹਾ ਜਿਹਾ ਸਮਾਂ ਰਹਿ ਜੇ ਤੇ ਉਹ ਝੰਜੋੜ ਕੇ ਕਹੇਗਾ ਕਿ ਨਹੀਂ ਹਲੇ ਵੀ ਟਾਈਮ ਹੈ, ਕਹੀ ਹੁਣ ਵੀ ਤੂੰ ਪੜ੍ਹ ਸਕਦਾ ਹੈ, ਹੁਣ ਵੀ ਪਾਸ ਹੋ ਸਕਦਾ ਹੈ, ਹੁਣ ਵੀ ਇਸ ਥਾਂ ਤੋਂ ਨਿਕਲ ਕੇ ਅਗਲੀ ਕਲਾਸ ਵਿੱਚ ਜਾ ਸਕਦਾ ਹੈ। ਅਜਹੂ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ। ਮਹਾਰਾਜ ਕਹਿੰਦੇ ਨੇ ਜਦੋਂ ਸੁਰਤ ਆ ਗਈ, ਜਦੋਂ ਚੇਤੇ ਆ ਗਿਆ, ਜਦੋਂ ਯਾਦ ਆ ਗਈ, ਜਦੋਂ ਇਸ ਗੱਲ ਦੀ ਸਮਝ ਆ ਗਈ ਕਿ ਤੂੰ ਜੀਵਨ ਜਿਹੜਾ ਹੈ ਤੈਨੂੰ ਰੱਬ ਨਾਲ ਮਿਲਣ ਵਾਸਤੇ ਮਿਲਿਆ ਹੈ, ਅਜਹੂ ਕਛ ਬਿਗੜਿਓ ਨਹੀਂ। ਤੇ ਮਹਾਰਾਜ ਕਹਿੰਦੇ ਅਜੇ ਵੀ ਕਿਹੜਾ ਵਿਗੜਿਆ ਜੇ ਕੁਛ। ਜੇ ਹੁਣ ਤੂੰ ਇਸ ਗੱਲ ਦੀ ਸਮਝ ਕਰ ਲਵੇਂ ਕਿ ਅਜੇ ਵੀ ਮੇਰੇ ਕੋਲ ਸਮਾਂ, ਜਿੰਨੇ ਕੁ ਸਵਾਸ ਮੈਨੂੰ ਮਿਲੇ ਨੇ, ਜਿੰਨੇ ਕੁ ਦਿਨ ਬਾਕੀ ਬਚਦੇ ਆ, ਇਹਨਾਂ ਦਿਨਾਂ ਦੇ ਵਿੱਚ ਮੈਂ ਰੱਬ ਨੂੰ ਚੇਤੇ ਕਰਾਂ। ਇਹ ਨਾ ਸੋਚ ਕੇ ਮੇਰੇ ਤੋਂ ਬੜੀ ਅਜੇ ਉਮਰ ਪਈ, ਮੈਂ ਬੜਾ ਜਿਉਣਾ। ਸਾਨੂੰ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਅਸੀਂ ਕਿੰਨਾ ਚਿਰ ਜਿਉਣਾ। ਇਹ ਤਾਂ ਮੌਤ ਰੱਬ ਨੇ ਆਪਣੇ ਹੱਥ ਵਿੱਚ ਰੱਖ ਕੇ ਰੱਖੀ ਹੋਈ ਆ। ਪਤਾ ਨਹੀਂ ਕਿ ਕਦੋਂ ਸੁਨੇਹਾ ਆ ਜਾਣਾ ਤੇ ਕਦੋਂ ਸਾਨੂੰ ਇਸ ਸੰਸਾਰ ਤੋਂ ਜਾਣਾ ਪੈਣਾ। ਇਸ ਕਰਕੇ ਜਿੰਨੇ ਸਵਾਸ ਬਚੇ, ਜਦੋਂ ਸਾਨੂੰ ਬਾਣੀ ਸੁਣਨ ਦਾ, ਕਥਾ ਸੁਣਨ ਦਾ, ਵਿਚਾਰ ਸੁਣਨ ਦਾ, ਇਤਿਹਾਸ ਸੁਣਨ ਤੋਂ ਭਾਵ ਵੀ ਇਹੀ ਹੁੰਦਾ ਹੈ ਕਿ ਅਸੀਂ ਸਮਝ ਸਕੀਏ, ਅਸੀਂ ਇਸ ਗੱਲ ਨੂੰ ਜਾਣ ਸਕੀਏ ਕਿ ਸਾਡੇ ਸਵਾਸ ਪਤਾ ਨਹੀਂ ਅੱਗੇ ਕਿੰਨੇ ਬਚੇ ਨੇ। ਹੁਣ ਜਿੰਨੇ ਬਚਦੇ ਉੱਥੋਂ ਅਸੀਂ ਤੌਬਾ ਕਰ ਲਈ ਕਿ ਨਹੀਂ ਲਾਲਚ ਨਹੀਂ ਕਰਨਾ, ਝੂਠ ਨਹੀਂ ਬੋਲਣਾ, ਠੱਗੀ ਨਹੀਂ ਮਾਰਨੀ। ਇਹ ਵਿਅਰਥ ਦੇ ਕੰਮਾਂ ਦੇ ਵਿੱਚ ਆਪਣੇ ਸਵਾਸ ਨਹੀਂ ਗਵਾਉਣੇ। ਜੇਕਰ ਕਰਨ ਵਾਲਾ ਹੀ ਕੋਈ ਕੰਮ ਹੈ ਤਾਂ ਉਹ ਇਹ ਹੈ ਕਿ ਰੱਬ ਨੂੰ ਚੇਤੇ ਕਰ ਲਾ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਇਹੋ ਕੰਮ ਕਰ। ਸਤਿਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਅਜਹੂ ਕਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ। ਅਜੇ ਵੀ ਕੁਛ ਨਹੀਂ ਵਿਗੜਿਆ,
ਅਜੇ ਵੀ ਤੇਰੇ ਕੋਲ ਸਮਾਂ ਹੈ, ਤੂੰ ਰੱਬ ਨੂੰ ਚੇਤੇ ਕਰ, ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤਿਹ ਭਜਨ ਤੇ ਨਿਰਭੈ ਪਦ ਪਾਵੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਕਿ ਜੇ ਤੂੰ ਰੱਬ ਨੂੰ ਚੇਤੇ ਕਰੇਂਗਾ, ਉਹਦੀ ਬੰਦਗੀ ਕਰੇਂਗਾ, ਸੇਵਾ ਸਿਮਰਨ ਕਰੇਂਗਾ, ਨਿਰਭੈ ਪਦ ਦੀ ਪ੍ਰਾਪਤੀ ਤੈਨੂੰ ਹੋਏਗੀ। ਕਹੋ ਨਾਨਕ ਤਿਹ ਭਜਨ ਤੇ, ਉਹਨੂੰ ਚੇਤੇ ਕਰਨ ਦੇ ਨਾਲ ਮਹਾਰਾਜ ਵੇਖੋ ਕਿੰਨੀ ਕਿਰਪਾ ਕੀਤੀ। ਮਹਾਰਾਜ ਇਹ ਨਹੀਂ ਕਹਿੰਦੇ ਕਿ ਤੈਨੂੰ ਸਵਰਗ ਮਿਲ ਜੇ, ਤੂੰ ਜਨਮ ਮਰਨ ਤੋਂ ਰਹਿਤ। ਸਤਿਗੁਰੂ ਮਹਾਰਾਜ ਕਹਿੰਦੇ ਨਿਰਭੈ ਪਦ, ਉਹ ਪਦਵੀ ਜਿੱਥੇ ਡਰ ਖਤਮ ਹੋ ਜਾਂਦੇ ਆ, ਜਿੱਥੇ ਨਾ ਆਉਣ ਦੀ ਚਿੰਤਾ, ਨਾ ਜਾਣ ਦੀ ਚਿੰਤਾ, ਨਾ ਜਨਮ ਦੀ ਚਿੰਤਾ, ਨਾ ਮਰਨ ਦੀ ਚਿੰਤਾ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤੈ ਠਾਉ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਕਿ ਇਸ ਕਰਕੇ ਜਿਉਂ-ਜਿਉਂ ਨਾਮ ਜਪੇਂਗਾ ਤੈਨੂੰ ਉਹ ਪਦਵੀ ਪ੍ਰਾਪਤ ਹੋਏਗੀ ਜਿੱਥੇ ਭਉ ਮਿਟ ਜਾਂਦੇ ਨੇ, ਜਮਾਂ ਦਾ ਭਉ ਖਤਮ ਹੋ ਜਾਂਦਾ ਹੈ, ਜਨਮ ਮਰਨ ਦਾ ਡਰ ਰਹਿਤ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਉਪਦੇਸ਼ ਦਿੱਤਾ, ਪਾਂਡੇ ਇਸ ਗੱਲ ਨੂੰ ਮੰਨਦੇ ਨੇ ਕਿ ਮਹਾਰਾਜ ਇਹ ਜੋ ਕੁਝ ਅਸੀਂ ਕਰਦੇ ਇਹ ਵਿਅਰਥ ਦੇ ਕਾਰਜ ਨੇ, ਪਰ ਧਨ ਦੌਲਤ ਨਾ ਹੋਵੇਗੀ ਤੇ ਸਾਡਾ ਜੀਵਨ ਕਿਵੇਂ ਬਤੀਤ ਹੋਵੇਗਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਸ ਕਰਕੇ ਇਹ ਕਿਵੇਂ ਸਤਿਗੁਰੂ ਮਹਾਰਾਜ ਅਸੀਂ ਇਹ ਜੀਵਨ ਬਤੀਤ ਕਰਾਂਗੇ। ਮਹਾਰਾਜ ਪਾਤਸ਼ਾਹ ਨੇ ਉਹਨਾਂ ਨੂੰ ਧਨ ਦਿੱਤਾ। ਸਤਿਗੁਰੂ ਮਹਾਰਾਜ ਕਹਿੰਦੇ ਤੁਹਾਡੀ ਲਾਲਸਾ, ਤੁਹਾਡੀ ਭਾਵਨਾ ਤੇ ਧਨ ਦੀ ਹੈ ਨਾ। ਮਹਾਰਾਜ ਨੇ ਬਹੁਤ ਸਾਰਾ ਉਹਨਾਂ ਨੂੰ ਧਨ ਦਾਨ ਵਜੋਂ ਦੇ ਦਿੱਤਾ, ਤੇ ਦਾਨ ਜਦੋਂ ਦਿੰਦੇ ਨੇ ਤੇ ਸਤਿਗੁਰੂ ਮਹਾਰਾਜ ਜੀ ਦੇ ਪਿੱਛੇ ਫਿਰ ਦੌੜੇ, ਕਹਿਣ ਲੱਗੇ ਸਤਿਗੁਰੂ ਮਹਾਰਾਜ ਕਿਰਪਾ ਕਰੋ, ਇੱਕ ਹੁਕਮਨਾਮਾ ਵੀ ਲਿਖ ਦੇਵੋ ਕਿ ਅੱਗੇ ਤੋਂ ਵੀ ਸਿੱਖ ਸਾਨੂੰ ਦਾਨ ਕਰਦੇ ਰਹਿਣ। ਮਹਾਰਾਜ ਕਹਿੰਦੇ ਨੇ ਲੋਭ ਛੱਡ ਤਜ ਕਰ ਸੰਤੋਸ਼, ਆਪਨ ਧਰਮ ਰਾਖੋ ਨਿਰਦੋਸ਼। ਸਤਿਗੁਰੂ ਮਹਾਰਾਜ ਕਹਿੰਦੇ ਨੇ ਲੋਭ ਛੱਡ ਕੇ ਤੇ ਸੰਤੋਖ ਨੂੰ ਹਿਰਦੇ ਵਿੱਚ ਧਾਰਨ ਕਰੋ। ਜਿਹੜਾ ਤੁਹਾਡਾ ਧਰਮ ਹੈ, ਜੋ ਧਰਮ ਆਖਦਾ ਹੈ ਉਹਦੇ ਅਨੁਸਾਰ ਕਰਮ ਕਰਨੇ ਸ਼ੁਰੂ ਕਰੋ, ਉਹਦੇ ਅਨੁਸਾਰ ਜਪਣਾ ਸ਼ੁਰੂ ਕਰੋ। ਕਿਉਂਕਿ ਮਹਾਰਾਜ ਇਹ ਕਹਿੰਦੇ ਪਏ ਨੇ, ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਧਰਮ ਗ੍ਰੰਥ ਝੂਠੇ ਨਹੀਂ, ਸਿਰਫ ਅਸੀਂ ਬਹਾਨੇ ਬਣਾ ਦਿੰਦੇ ਹਾਂ ਕਿ ਨਹੀਂ ਜੀ ਫਲਾਣੇ 'ਚ ਇਵੇਂ ਲਿਖਿਆ, ਦੂਸਰੇ 'ਚ ਇਵੇਂ ਲਿਖਿਆ, ਤੀਸਰੇ ਨੇ ਇਵੇਂ ਲਿਖ ਦਿੱਤਾ। ਕਮਾਉਣਾ ਕੋਈ ਨਹੀਂ, ਸਿਰਫ ਬਹਾਨੇ ਤੇ ਕਿੰਤੂ ਪਰੰਤੂ ਕਰਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਕਰਕੇ ਹਮਰੇ ਵਰਤਨ ਯਹੀ ਸੁਭਾਉ, ਸਹਜੇ ਆਵੋ ਸਹਜੇ ਜਾਓ, ਕੁਛ ਕਾਹੂ ਬਾਤ ਗਿਲਾਨ ਮਤ ਕਰੋ, ਹਰ ਕੀ ਭਗਤ ਹਿਰਦੇ ਸੰਚਰੋ। ਮਹਾਰਾਜ ਕਹਿੰਦੇ ਨੇ ਕਿ ਦਾਵੇ ਗਿਲੇ ਸ਼ਿਕਵੇ ਰੱਬ ਦੇ ਨਾਲ ਕਰਨੇ ਛੱਡੋ, ਪਰਮਾਤਮਾ ਦੀ ਭਗਤੀ ਕਰੋ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਸਿੱਖਾਂ ਨੂੰ ਵੀ ਅਸੀਂ ਇਹੀ ਦਾਨ ਦਿੱਤਾ ਕਿ ਜਿਉਂ-ਜਿਉਂ ਨਾਮ ਜਪੋਗੇ ਤਿਉਂ-ਤਿਉਂ ਜੀਵਨ ਸਫਲਾ ਹੋਵੇਗਾ, ਕਰਮ ਕਾਂਡਾਂ ਵਿੱਚੋਂ ਬਚ ਜਾਵਾਂਗੇ। ਗੁਰੂ ਕਿਰਪਾ ਕਰੇ ਕਿ ਅਸੀਂ ਸਤਿਗੁਰੂ ਜੀ ਦੇ ਉਪਦੇਸ਼ 'ਤੇ ਚੱਲੀਏ ਤੇ ਸਾਡਾ ਜੀਵਨ ਸਫਲਾ ਹੋਵੇ। ਅੰਤਮ ਦੇ ਵਿੱਚ ਅਰਦਾਸ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਕਿ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਾਰ, ਜਿਤ ਦੁਆਰੇ ਉਬਰੇ, ਤਿੱਤੇ ਲਿਹੋ ਉਭਾਰ। ਗੁਰੂ ਕਿਰਪਾ ਕਰੇ ਜੀ, ਜਗਤ ਵਿੱਚ ਫਿਰ ਤੋਂ ਸ਼ਾਂਤੀ ਆਵੇ, ਖੁੱਲ੍ਹ ਕੇ ਮਨੁੱਖਤਾ ਸਾਹ ਲੈ ਸਕੇ। ਜਿਹੜੇ ਪਰਮਾਤਮਾ ਦੇ ਚਰਨਾਂ ਵਿੱਚ ਚਲੇ ਗਏ ਸੰਸਾਰ ਦੇ ਵਿੱਚੋਂ, ਉਹਨਾਂ ਨੂੰ ਸਤਿਗੁਰੂ ਮਹਾਰਾਜ ਹਮੇਸ਼ਾ ਵਾਸਤੇ ਚਰਨਾਂ ਵਿੱਚ ਰੱਖ ਲੈਣ। ਜੋ ਇਸ ਬਿਮਾਰੀ ਦੇ ਨਾਲ ਜੂਝਦੇ ਪਏ ਨੇ, ਸਤਿਗੁਰੂ ਮਹਾਰਾਜ ਉਹਨਾਂ ਨੂੰ ਦੇਹ ਅਰੋਗਤਾ ਬਖਸ਼ਿਸ਼ ਕਰਦਿਆਂ ਫਿਰ ਪਰਿਵਾਰਾਂ ਦੇ ਵਿੱਚ ਉਹ ਸੁੱਖ ਤੇ ਸ਼ਾਂਤੀ ਦੇ ਨਾਲ ਵਸਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ